तू मेरा पिता, तू है मेरा माता, तू मेरा बंधप, तू मेरा भ्राता, तू मेरा राखा सबनी थाई। ਤਾਂ ਪਉ ਕਿਹਾ ਕਾੜਾ ਜੀਓ, ਤੂੰ ਮੇਰਾ ਰਾਖਾ ਸਭਨੀ ਥਾਈ। ਤਾਂ ਪਉ ਕਿਹਾ ਕਾੜਾ ਜੀਓ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਕੌਰਾ ਬੋਲ ਨਾ ਜਾਣੈ ਪੂਰਨ ਭਗਵਾਨੈ, ਅਵਗਣ ਕੋ ਨਾ ਚਿਤਾਰੇ। ਕੌਰਾ ਬੋਲ ਨਾ ਜਾਣੈ ਪੂਰਨ ਭਗਵਾਨੈ, ਅਵਗਣ ਕੋ ਨਾ ਚਿਤਾਰੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਮਗਰ ਮਾਹੇ ਸੁਹੰਦੀਆਂ। ਹਰ ਪਿਰਸੰਗ ਬੈਠਣੀਆਂ, ਤਿਨ ਕੀ ਸ਼ੋਭਾ ਕਿਆ ਗਣੀ। ਜੇ ਸਾਹਿਬ ਮੇਲਣੀਆਂ, ਮਗਰ ਮਾਹੇ ਸੁਹੰਦੀਆਂ। ਹਰ ਪਿਰਸੰਗ ਬੈਠੜੀਆਂ, ਤਿਨ ਕੀ ਸ਼ੋਭਾ ਕਿਆ ਗਣੀ। ਜੇ ਸਾਹਿਬ ਮੇਲੜੀਆਂ, ਤਨ ਮਨ ਮੋਲਿਆ ਰਾਮ ਸਿਉ। ਸੰਗ ਸਾਧ ਸਹੇਲੜੀਆਂ, ਸਾਧ ਜਨਾ ਤੇ ਬਾਹਰੀ। ਸੇ ਰਹਿਣ ਅਕੇਲੜੀਆਂ, ਤਿਨ ਦੁਖ ਨਾ ਕਬਹੂ ਉਤਰੈ। ਸੇ ਜਮ ਕੇ ਵਸ ਪੜੀਆਂ, ਜਿਨੀ ਰਾਵਿਆ ਪ੍ਰਭ ਆਪਣਾ। ਸੇ ਦਿਸਣ ਨਿਤ ਖੜੀਆਂ, ਰਤਨ ਜਵੇਹਰ ਲਾਲ ਹਰ। ਕੰਠ ਤਿਨਾ ਜੜੀਆਂ, ਨਾਨਕ ਬਾਂਛੈ ਧੂੜ ਤਿਨ। ਪ੍ਰਭ ਸ਼ਰਣੀ ਦਰ ਪੜੀਆ, ਮਗਰ ਪ੍ਰਭ ਆਰਾਧਣਾ। ਬਹੁੜ ਨ ਜਨਮੜੀਆ, ਨਾਨਕ ਬਾਂਛੈ ਧੂੜ ਤਿਨ। ਪ੍ਰਭ ਸ਼ਰਣੀ ਦਰ ਪੜੀਆ, ਮਗਰ ਪ੍ਰਭ ਆਰਾਧਣਾ। ਬਹੁੜ ਨਾ ਜਨਮੜੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿਖੇ ਜੁੜ ਮਿਲ ਬੈਠੀ ਗੁਰੂ ਰੂਪ ਸਾਧ ਸੰਗਤ ਗੁਰੂ ਕੇ ਪਾਵਨ ਦਰਬਾਰ ਦਾ ਆਨੰਦ ਮਾਣਦੇ ਹੋਏ ਸੰਧਿਆ ਵੇਲੇ ਦੀਆਂ ਇਹ ਘੜੀਆਂ ਸਫਲੀਆਂ ਸਕਾਰਤ ਬਣਾਉਂਦਿਆਂ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਹਿਤ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਕੀਰਤਨ ਤੋਂ ਉਪਰੰਤ ਜਿਹੜੇ ਮਹੀਨੇ ਦੀ ਅੱਜ ਆਰੰਭਤਾ ਹੋਈ ਹੈ ਉਸ ਮਹੀਨੇ ਸੰਬੰਧੀ ਜੋ 12 ਮਾਹ ਬਾਣੀ ਅੰਦਰ ਸ਼ਬਦ ਹੈ ਉਹਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਬਚਨ ਮਾਝ ਰਾਗ ਦੇ 12 ਮਾਹਾਂ ਦੀ 10 ਨੰਬਰ ਪੌੜੀ ਹੈ ਔਰ ਦੇਸੀ ਵਰੇ ਦੇ ਜਿਹੜੇ ਮਹੀਨੇ ਹਨ, ਚੇਤ ਤੋਂ ਆਰੰਭ ਹੋਣ ਵਾਲਾ ਮਹੀਨਾ, ਉਹ ਮਹੀਨਿਆਂ ਦੀ ਲੜੀ ਮੁਤਾਬਕ ਮੱਘਰ ਦਾ ਮਹੀਨਾ 9ਵਾਂ ਮਹੀਨਾ ਹੈ। 12 ਮਾਹ ਬਾਣੀ ਅੰਦਰ ਸਤਿਗੁਰੂ ਜੀ ਨੇ ਜਿੱਥੇ ਜੀਵ ਆਤਮਾ ਦੇ ਪਰਮਾਤਮਾ ਤੋਂ ਪਏ ਹੋਏ ਵਿਛੋੜੇ ਤੋਂ ਗੱਲ ਆਰੰਭ ਕੀਤੀ, ਕਿਉਂਕਿ ਸਭ ਤੋਂ ਪਹਿਲੇ ਨੰਬਰ 'ਤੇ ਅਹਿਸਾਸ ਕਿ ਮੈਂ ਮਾਲਕ ਤੋਂ ਵਿਛੜਿਆ ਹਾਂ, ਉਹ ਸਤਿਗੁਰੂ ਕਰਵਾਉਂਦੇ ਨੇ, ਕਾਰਨ ਵੀ ਦੱਸਦੇ ਨੇ, ਕਿਰਤ ਕਰਮ ਕੇ ਵਿਛੜੇ। ਹੁਣ ਜਦੋਂ ਜਿੰਦ ਨੂੰ, ਆਤਮਾ ਨੂੰ, ਪ੍ਰਾਣੀ ਨੂੰ ਇਹ ਸਮਝ ਪਈ ਮੈਂ ਰੱਬ ਜੀ ਤੋਂ ਟੁੱਟਿਆ ਹਾਂ, ਮਾਲਕ ਤੋਂ ਟੁੱਟਿਆ ਹਾਂ ਤੇ ਮੇਰੇ ਜੀਵਨ ਦਾ ਟਾਰਗੇਟ ਹੈ, ਮੰਜ਼ਿਲ ਹੈ ਉਸ ਮਾਲਕ ਤੱਕ ਪਹੁੰਚਣਾ। ਫਿਰ ਜਿੰਦ ਗੁਰੂ ਅੱਗੇ ਅਰਦਾਸ ਕਰਦੀ ਹੈ, ਕਰ ਕਿਰਪਾ ਮੇਲੋ ਰਾਮ, ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਨੂੰ ਮਾਲਕ ਦੇ ਨਾਲ ਮਿਲਾਪ ਬਖਸ਼ੋ। ਹੁਣ ਗੁਰੂ ਨੇ ਮਿਲਾਪ ਦਾ ਰਸਤਾ ਦੱਸਿਆ ਤੇ ਅੱਗੇ ਜੀਵ ਆਤਮਾ ਉਸ ਰਸਤੇ 'ਤੇ ਤੁਰ ਪਈ। ਪਹਿਲੀ ਗੱਲ ਸਤਿਗੁਰਾਂ ਨੇ ਇਹ ਕਹੀ ਕਿ ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਕਣਾ। ਜਿਹੜਾ 12 ਮਾਹਾਂ ਦਾ ਪਹਿਲਾ ਮਹੀਨਾ ਹੈ ਮਹੀਨਿਆਂ ਦੀ ਲੜੀ ਮੁਤਾਬਕ, ਮਹਾਰਾਜ ਕਹਿੰਦੇ ਗੋਬਿੰਦ ਨੂੰ ਅਰਾਧ ਜੀਵਨ ਆਨੰਦ ਭਰਪੂਰ ਬਣੇਗਾ। ਤੇ ਹੁਣ ਜੀਵ ਆਤਮਾ ਨੇ ਮਾਲਕ ਨੂੰ ਬੜੇ ਚਾਅ ਤੇ ਬੜੇ ਉਤਸ਼ਾਹ ਦੇ ਨਾਲ ਆਰਾਧਨਾ ਆਰੰਭ ਵੀ ਕਰ ਦਿੱਤਾ। ਪਰ ਅਕਸਰ ਕਈ ਵਾਰ ਕੀ ਹੁੰਦਾ ਹੈ, ਕੁਝ ਚੀਜ਼ਾਂ ਦੀ ਸ਼ੁਰੂਆਤ ਤੇ ਅਸੀਂ ਬੜੇ ਚਾਅ ਤੇ ਬੜੇ ਉਤਸ਼ਾਹ ਦੇ ਨਾਲ ਕਰਦੇ ਹਾਂ, ਪਰ ਜੇ ਗੱਲਾਂ ਲੰਮੀਆਂ ਹੋਣੀਆਂ ਸ਼ੁਰੂ ਹੋ ਜਾਣ ਤੇ ਉਹ ਸਹਿਜੇ ਸਹਿਜੇ ਚਾਅ ਤੇ ਉਤਸ਼ਾਹ ਮੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਚਾਲ ਇੱਕ ਆਰੰਭ ਦੇ ਵਿੱਚ ਸੀ ਉਹ ਚਾਲ ਅੱਗੇ ਆਪਾਂ ਮੇਨਟੇਨ ਨਹੀਂ ਕਰ ਪਾਉਂਦੇ ਹਾਂ, ਚਾਲ ਫਿਰ ਸਹਿਜੇ ਮੱਧਮ ਪੈ ਜਾਂਦੀ ਹੈ। ਅੱਗੇ ਰਸਤੇ ਦੀਆਂ ਰੁਕਾਵਟਾਂ ਕਰਕੇ, ਉਤਰਾਅ ਚੜ੍ਹਾਅ ਕਰਕੇ, ਤੇ ਉਹ ਫਿਰ ਇਹ ਸਮੁੱਚੇ ਦਾ ਜਿਹੜਾ ਅਸਰ ਹੈ ਉਹ ਜੀਵ ਦੀ ਪਰਫਾਰਮੈਂਸ 'ਤੇ ਪੈਂਦਾ ਹੈ, ਪ੍ਰਗਤੀ ਤੇ ਤਰੱਕੀ ਤੇ ਸਫਲਤਾ 'ਤੇ ਪੈਂਦਾ ਹੈ। ਜਿਵੇਂ ਬੱਚਾ ਹੈ, ਜਦੋਂ ਉਹ ਪਹਿਲੇ ਦਿਨ ਸਕੂਲ ਜਾਂਦਾ ਹੈ, ਵਰਦੀ ਉਹਦੀ ਨਵੀਂ ਹੈ, ਬੈਗ ਨਵਾਂ, ਕਿਤਾਬਾਂ ਕਾਪੀਆਂ ਨਵੀਆਂ, ਬੜੇ ਚਾਅ ਦੇ ਨਾਲ ਬੱਚਾ ਬੜੇ ਉਤਸ਼ਾਹ ਦੇ ਨਾਲ ਸਕੂਲ ਜਾਂਦਾ ਹੈ। ਪਰ ਸਹਿਜੇ ਸਹਿਜੇ ਉਹ ਉਤਸ਼ਾਹ, ਉਹ ਪਹਿਲੇ ਦਿਨ ਵਾਲਾ ਉਤਸ਼ਾਹ ਨਹੀਂ ਰਹਿੰਦਾ ਹੈ, ਚੀਜ਼ਾਂ ਢਿੱਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹਦਾ ਅਸਰ ਫਿਰ ਬੱਚੇ ਦੀ ਪੜ੍ਹਾਈ 'ਤੇ ਵੀ ਪੈਂਦਾ ਹੈ, ਸਭ ਨੂੰ ਮਹਿਸੂਸ ਵੀ ਹੁੰਦਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਗੱਲ ਇਹ ਕਹੀ ਜਿੰਦ ਨੂੰ ਕਿ ਤੂੰ ਰੱਬ ਤੋਂ ਟੁੱਟੀ ਹੈ। ਜੀਵ ਆਤਮਾ ਨੇ ਬੇਨਤੀ ਕੀਤੀ, ਮਹਾਰਾਜ ਦੱਸੋ ਕਿਰਪਾ ਕਰੋ, ਹੁਣ ਕਿੱਦਾਂ ਮਿਲਿਆ ਜਾ ਸਕਦਾ। ਗੁਰੂ ਨੇ ਅੱਗੇ ਗੱਲ ਦੱਸੀ, ਕਹਿਣ ਲੱਗੇ ਚੇਤ ਗੋਬਿੰਦ ਅਰਾਧੀਆ ਹੋਵੈ ਆਨੰਦ ਘਣਾ। ਰੱਬ ਨੂੰ ਅਰਾਧਨ ਦੇ ਰਸਤੇ 'ਤੇ ਤੁਰ, ਫਿਰ ਉਸ ਮੰਜ਼ਿਲ 'ਤੇ ਪਹੁੰਚ ਜਾਏਗੀ ਜਿਹੜੀ ਤੇਰੀ ਮੰਜ਼ਿਲ ਹੈ।
ਹੁਣ ਜੀਵ ਆਤਮਾ ਜੀਵ ਪ੍ਰਾਣੀ ਉਸ ਰਸਤੇ ਤੇ ਤੁਰਿਆ, ਪਰ ਮਹਾਰਾਜ ਕਹਿੰਦੇ ਉਤਰਾ ਚੜਾ ਬੜੇ ਆਏ, ਜੋ ਗੱਲ ਸਤਿਗੁਰੂ ਬਾਣਾ ਮਹਾਬਾਣੀ 'ਚ ਕਰ ਰਹੇ ਹਨ। ਉਹ ਉਤਸ਼ਾਹ ਹਮੇਸ਼ਾ ਨਹੀਂ ਬਣਿਆ, ਕਦੇ ਉਤਸ਼ਾਹ ਵੀ ਆਸਾ ਬਣਦੀ ਹੈ, ਕਦੇ ਨਿਰਾਸ਼ਾ ਬਣਦੀ ਹੈ। ਇਹਦਾ ਫਿਰ ਗੱਲ ਉਤਾਹ ਨਿਵਾਣ ਵਾਲੀ ਲਗਾਤਾਰ ਚੱਲਦੀ ਹੈ। ਰਹਿਣ ਵਿਹਾਣੀ ਪੁੱਛ ਤਾਣੀ ਉੱਠ ਚੱਲੀ ਗਈ ਨਿਰਾਸ, ਇਹ ਨਿਰਾਸ਼ਾਵਾਦੀ ਬਿਰਤੀ ਵੀ ਕੁਝ ਬਣਦੀ ਹੈ। ਕਿਉਂਕਿ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਓ ਲੱਗਾ ਹੇਤ, ਜਿਨ੍ਹਾਂ ਦੇ ਨਾਲ ਬੜਾ ਹੇਤ ਸੀ, ਇੱਕ ਵਕਤ ਐਸਾ ਆਇਆ ਜਦੋਂ ਉਹਨਾਂ ਨੇ ਸਾਥ ਛੱਡਿਆ। ਜਿਨ੍ਹਾਂ ਦੇ ਨਾਲ ਮੋਹ ਦੀਆਂ ਬੜੀਆਂ ਮਜ਼ਬੂਤ ਤੰਦਾਂ ਜੁੜੀਆਂ ਸਨ, ਉਹਨਾਂ ਦੇ ਛੱਡਣ ਦਾ ਇੱਕ ਗਹਿਰਾ ਪ੍ਰਭਾਵ ਜੀਵ ਆਤਮਾ ਦੇ ਜੀਵ ਦੇ ਮਨ 'ਤੇ ਪਿਆ। ਉਹ ਹੁਣ ਇੱਕ ਮੋਹ ਮਮਤਾ ਵੀ ਵਿੱਚ ਰੁਕਾਵਟ ਬਣੀ। ਪਰ ਫਿਰ ਵੀ ਜਿਹੜਾ ਉਤਸ਼ਾਹ ਬਣਾ ਕੇ ਤੇ ਲਗਾਤਾਰ ਚੱਲਦਾ ਹੈ, ਉਹ ਮਹਾਰਾਜ ਕਹਿੰਦੇ ਮੰਜ਼ਿਲ ਦੇ ਨੇੜੇ ਨੇੜੇ ਪਹੁੰਚਦਾ ਜਾਂਦਾ ਹੈ। ਅੱਜ ਦੇ ਸ਼ਬਦ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੱਲ ਕਰਦੇ ਨੇ ਜੀਵ ਆਤਮਾ ਦੇ ਇਸ ਅਧਿਆਤਮਕ ਸਫ਼ਰ 'ਤੇ ਚੱਲਦਿਆਂ ਹੋਇਆਂ ਉਸ ਪੜਾਅ ਦੀ, ਜਿੱਥੇ ਜੀਵ ਆਤਮਾ ਨੂੰ ਆਪਣੇ ਪਤੀ ਮਾਲਕ ਦੀ ਨੇੜਤਾ ਪ੍ਰਾਪਤ ਹੋ ਗਈ ਹੈ। ਬਹੁਤ ਨੇੜੇ ਮਾਲਕ ਦੇ ਪਹੁੰਚ ਗਈ ਹੈ ਜੀਵ ਆਤਮਾ। ਪਰ ਉਹ ਜਿਹੜੀ ਨੇੜਤਾ ਹੈ ਨਾ, ਮਹਾਰਾਜ ਕਹਿੰਦੇ ਇੱਕ ਤੇ ਚੰਗੇ ਕਰਮ ਕੀਤਿਆਂ ਬਣਦੀ ਹੈ। ਜਿਹੜੀ ਗੱਲ ਸਤਿਗੁਰੂ ਦੇ ਪਿਛਲੇ ਸ਼ਬਦ 'ਚ ਕੀਤੀ ਕਿ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕਰਮ ਤੂੰ ਕਮਾਉਂਦਾ ਹੈ, ਕਰਮਾਂ ਦੀ ਜ਼ਿੰਮੇਵਾਰੀ ਤੇਰੀ ਹੈ। ਚੰਗਾ ਹੈ ਬੁਰਾ ਹੈ ਤੂੰ ਕਮਾਇਆ, ਜ਼ਿੰਮੇਵਾਰੀ ਤੇਰੀ ਹੈ, ਦੂਜੇ ਤੇ ਬਲੇਮ ਨਹੀਂ। ਫਿਰ ਸਤਿਗੁਰੂ ਨੇ ਸਮਝਾਇਆ ਕਤਿਕ ਹੋਵੈ ਸਾਧ ਸੰਗ ਬਿਨਸੇ ਸਭੈ ਸੋਚ, ਜੇ ਸਾਧ ਸੰਗਤ ਦੀ ਦਾਤ ਮਿਲ ਗਈ ਤੇ ਫਿਰ ਤੇਰੇ ਜੀਵਨ ਦੇ ਚਿੰਤਾ ਝੋਰੇ ਫਿਕਰ ਮੁੱਕ ਸਕਦੇ ਨੇ। ਗੁਰੂ ਦਾ ਉਪਦੇਸ਼ ਨਾ ਕੇਵਲ ਜੀਵ ਆਤਮਾ ਨੇ ਪੜ੍ਹਿਆ, ਬਲਕਿ ਨਾਲ ਦੀ ਨਾਲ ਉਹਨੂੰ ਜੀਵਨ ਦੇ ਅੰਦਰ ਕਮਾਇਆ। ਕਿਉਂਕਿ ਇਹ ਜਿਹੜੀਆਂ ਬਾਣੀ ਦੀਆਂ ਪੌੜੀਆਂ ਹਨ, ਇਹ ਕੇਵਲ ਪੜ੍ਹਨ ਦੇ ਲਈ ਨਹੀਂ ਹਨ, ਪੌੜੀਆਂ ਚੜ੍ਹਨ ਦੇ ਲਈ ਹਨ। ਅਸੀਂ ਪੜ੍ਹਨਾ ਹੈ, ਪਰ ਨਾਲ ਦੀ ਨਾਲ ਜਿਵੇਂ ਸਤਿਗੁਰੂ ਸਾਨੂੰ ਅਧਿਆਤਮਕ ਇਸ ਮਾਰਗ 'ਤੇ ਅੱਗੇ ਤੋਂ ਅੱਗੇ ਤੋਰਦੇ ਪਏ ਨੇ, ਉਹ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰਨੀ ਹੈ ਕਿ ਚੜ੍ਹੀਏ ਵੀ ਪੌੜੀਆਂ ਨੂੰ, ਜੀਵਨ ਅੰਦਰ ਬਦਲਾਅ ਤਬਦੀਲੀ ਵੀ ਆਵੇ। ਹੁਣ ਮਹਾਰਾਜ ਕਹਿੰਦੇ ਮੱਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਉਹ ਜਿੰਦਾਂ ਉਹ ਪ੍ਰਾਣੀ ਜੀਵ ਆਤਮਾਵਾਂ ਬੜੀਆਂ ਸ਼ੋਭਾ ਪ੍ਰਾਪਤ ਕਰਦੀਆਂ ਨੇ। ਕੌਣ? ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ ਮਾਲਕ ਦੇ, ਪਿਰ ਮਤਲਬ ਹੈ ਕੰਤ ਪਤੀ ਦੇ ਕੋਲ ਬੈਠੀਆਂ ਹਨ, ਆਪਣੇ ਖਸਮ ਮਾਲਕ ਦੇ ਕੋਲ ਹਨ। ਕਿਉਂਕਿ ਆਪਾਂ ਸਮਾਜਿਕ ਤੌਰ 'ਤੇ ਵੀ ਵੇਖੀਏ, ਇਸਤਰੀ ਹੈ, ਪੁਰਖ ਹੈ, ਪਤੀ ਪਤਨੀ ਹੈ, ਦੋਵੇਂ ਇੱਕ ਜਗ੍ਹਾ 'ਤੇ ਬੈਠੇ ਹਨ ਅਤੇ ਸਮਾਜ ਉਹਨਾਂ ਨੂੰ ਇੱਕ ਸਤਿਕਾਰਯੋਗ ਨਜ਼ਰੀਏ ਦੇ ਨਾਲ ਵੇਖਦਾ ਹੈ। ਪਰ ਜੇ ਆਦਮੀ ਜਾਂ ਇਸਤਰੀ ਕਿਸੇ ਪਰਾਏ ਮਰਦ ਪਰਾਈ ਇਸਤਰੀ ਦੇ ਕੋਲ ਬੈਠਾ ਹੈ ਤੇ ਸਮਾਜ ਉਹਨੂੰ ਫਿਰ ਚੰਗੇ ਨਜ਼ਰੀਏ ਦੇ ਨਾਲ ਨਹੀਂ ਵੇਖਦਾ ਹੈ, ਤੇ ਲੋਕ ਉਸੇ ਤਰ੍ਹਾਂ ਦੀਆਂ ਬਾਤਾਂ ਵੀ ਕਰਦੇ ਹਨ। ਮਹਾਰਾਜ ਕਹਿੰਦੇ ਤੂੰ ਇਹ ਸਮਝ ਕੇ ਤੇਰਾ ਕੰਤ ਕੌਣ ਹੈ। ਜਿਵੇਂ ਆਪਾਂ ਇਹਦੀ ਇੱਕ ਹੋਰ ਉਦਾਹਰਨ ਲਈਏ, ਹੋਵੇ ਕੋਈ ਗੁਰੂ ਕਾ ਸਿੱਖ, ਸਿਰ 'ਤੇ ਸੋਹਣੀ ਦਸਤਾਰ ਹੈ, ਸੋਹਣਾ ਸਿੱਖ ਸਰੂਪ ਹੈ, ਸਿੱਖੀ ਸਰੂਪ ਹੈ, ਗੁਰਸੰਗਤ ਦੇ ਵਿੱਚ ਉਹ ਸਿੱਖ ਜੁੜੇ ਹੋਏ ਨੇ ਤੇ ਸ਼ੋਭਾ ਪਾਉਂਦੇ ਹਨ, ਕਿਉਂਕਿ ਗੁਰੂ ਕੇ ਚਰਨਾਂ 'ਚ ਆਪਣੇ ਮੁਰਸ਼ਿਦ ਦੇ ਚਰਨਾਂ ਦੇ ਵਿੱਚ ਸਿੱਖ ਜੁੜੇ ਹਨ। ਔਰ ਹੋਵੇ ਸਿੱਖ ਤੇ ਬਾਹਰ ਕਿਸੇ ਦੇਹਧਾਰੀ ਦੀ ਕਤਾਰ 'ਚ ਖੜਾ ਹੋਵੇ, ਕਿਸੇ ਡੰਬੀ ਪਖੰਡੀ ਦੇ ਡੇਰੇ 'ਤੇ ਖੜਿਆ ਹੋਵੇ, ਕਿਸੇ ਮੜੀ ਮਸਾਣ ਦੀ ਲਾਈਨ ਦੇ ਵਿੱਚ ਲੱਗਿਆ ਹੋਵੇ, ਤੇ ਉਹ ਫਿਰ ਸ਼ੋਭਾ ਨਹੀਂ ਪਾ ਸਕਦਾ ਹੈ। ਸਭ ਕਹਿਣਗੇ ਕਿ ਗੁਰੂ ਕਾ ਹੋ ਕੇ ਇਹ ਕਿੱਧਰ ਭਟਕਦਾ ਹੈ, ਗੁਰੂ ਨੂੰ ਛੱਡ ਕੇ ਕਿੱਧਰ ਭਟਕ ਰਿਹਾ ਹੈ। ਜਿਹੜੀ ਵਡਿਆਈ ਸਾਨੂੰ ਗੁਰੂ ਨਾਲ ਜੁੜ ਕੇ ਮਿਲਣੀ ਹੈ, ਮਾਲਕ ਨਾਲ ਜੁੜ ਕੇ ਮਿਲਣੀ ਹੈ, ਉਹ ਮਾਲਕ ਤੋਂ ਟੁੱਟ ਕੇ ਤੇ ਬਾਹਰ ਭਟਕ ਕੇ ਉਹ ਵਡਿਆਈ ਤੇ ਉਹ ਸੁੱਖ ਨਹੀਂ ਮਿਲ ਸਕਦਾ ਹੈ। ਮਹਾਰਾਜ ਕਹਿੰਦੇ ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ ਆਪਣੇ ਪਤੀ ਮਾਲਕ ਕੰਤ ਵਾਹਿਗੁਰੂ ਦੇ ਨਾਲ ਜੁੜ ਕੇ ਬੈਠੀਆਂ ਨੇ, ਉਹਨਾਂ ਜੀਵ ਆਤਮਾਵਾਂ ਦੀ ਵਡਿਆਈ ਬੇਅੰਤ ਹੈ। ਤਿਨ ਕੀ ਸ਼ੋਭਾ ਕਿਆ ਗਣੀ
ਜੇ ਸਾਹਿਬ ਮੇਲੜੀਆਂ। ਹੁਣ ਪਹਿਲਾ ਸਟੈਪ ਹੈ ਗੁਰੂ ਕੋਲ ਆ ਕੇ ਬਹਿਣਾ, ਔਰ ਇਦੋਂ ਬਾਅਦ ਦੂਜਾ ਅਗਲਾ ਕਦਮ ਹੈ ਸਾਹਿਬ ਨੇ ਤਰੁੱਠ ਕੇ ਆਪਣੇ ਨਾਲ ਮਿਲਾ ਲਿਆ। ਸਾਹਿਬ ਨੇ ਤਰੁੱਠ ਕੇ ਆਪਣੇ ਨਾਲ ਮਿਲਾ ਲਿਆ। ਹੁਣ ਇੱਕ ਹੈ ਸਾਡਾ ਗੁਰੂ ਨਾਲ ਪਿਆਰ, ਸਾਡੀ ਗੁਰੂ ਨਾਲ ਪ੍ਰੀਤ। ਇੱਕ ਹੈ ਗੁਰੂ ਦਾ ਸਾਡੇ ਨਾਲ ਪਿਆਰ, ਜਿਹਨੂੰ ਮਹਾਰਾਜ ਨੇ ਕਿਹਾ ਨਾ, ਇਹ ਮੇਰੇ ਪਿਆਰੇ ਹਨ। ਜਿਨ੍ਹਾਂ ਨੇ ਸਤਿਗੁਰਾਂ ਦੇ ਕਹਿਣ 'ਤੇ ਸੀਸ ਗੁਰੂ ਨੂੰ ਨਿਸ਼ਾਵਰ ਕੀਤਾ, ਉਹਨਾਂ ਨੇ ਨਹੀਂ ਕਿਹਾ ਕਿ ਅਸੀਂ ਗੁਰੂ ਦੇ ਪਿਆਰੇ ਹਾਂ, ਸਾਡਾ ਗੁਰੂ ਨਾਲ ਪਿਆਰ। ਉਹ ਤਾਂ ਪਿਆਰ ਸੀ ਤੇ ਇਸ ਮਾਰਗ 'ਤੇ ਆਏ, ਕਿਉਂਕਿ ਇਹ ਮਾਰਗ ਹੀ ਪ੍ਰੇਮ ਦਾ ਮਾਰਗ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਉਹਨਾਂ ਦੇ ਅੰਦਰ ਤੇ ਪਿਆਰ ਸੀ ਤੇ ਉਹ ਗੁਰੂ ਦੇ ਰਸਤੇ 'ਤੇ ਆਏ, ਪਰ ਗੁਰੂ ਨੇ ਵੀ ਤਰੁੱਠ ਕੇ ਕਿਹਾ ਇਹ ਮੇਰੇ ਪਿਆਰੇ ਹਨ, ਪਿਆਰੇ। ਤੇ ਵੇਖੋ ਜਿਹੜੇ ਗੁਰੂ ਦੇ ਪਿਆਰੇ ਬਣ ਗਏ, ਉਹਨਾਂ ਦਾ ਅੱਜ ਕਿੰਨਾ ਮਹਾਨ, ਕਿੰਨਾ ਉੱਚਾ ਰੁਤਬਾ ਹੈ। ਕਿਸੇ ਨੇ ਇੱਕ ਬੜੀ ਪਿਆਰੀ ਕਹਾਣੀ ਲਿਖੀ ਹੈ ਕਿ ਕੋਈ ਵਿਅਕਤੀ ਬੜਾ ਧਰਮ ਕਰਮ ਕਰਨ ਵਾਲਾ ਸੀ, ਮਾਲਕ ਦਾ ਸਿਮਰਨ ਭਜਨ ਵੀ ਕਰਨਾ, ਚੰਗੇ ਕਰਮ ਵੀ ਕਰਨੇ, ਜੋ ਵੀ ਹੋ ਸਕਦਾ ਸੀ ਉਹਨੇ ਚੰਗੇ ਤੋਂ ਚੰਗਾ, ਐਨ ਬੈਸਟ ਤੋਂ ਬੈਸਟ ਕਰਨਾ। ਤੇ ਲੋਕ ਉਹਨੂੰ ਸਲਾਉਂਦੇ ਵੀ ਸਨ ਤੇ ਉਹ ਫਿਰ ਵੀ ਨਿਮਰਤਾ 'ਚ ਰਹਿੰਦਾ ਸੀ। ਇੱਕ ਦਿਨ ਕਹਿੰਦੇ ਉਹ ਸੁੱਤਾ ਪਿਆ ਹੈ ਤੇ ਸੁਪਨੇ 'ਚ ਇੱਕ ਫਰਿਸ਼ਤੇ ਨੂੰ ਵੇਂਦਾ ਹੈ। ਫਰਿਸ਼ਤੇ ਨੂੰ ਵੇਖਿਆ, ਫਰਿਸ਼ਤੇ ਦੇ ਹੱਥ ਦੇ ਵਿੱਚ ਕਾਗਜ਼। ਪੁੱਛਿਆ ਮਹਾਰਾਜ ਇਹ ਕੀ ਕਾਗਜ਼ ਜਿਹੜਾ ਤੁਹਾਡੇ ਹੱਥ 'ਚ ਹੈ, ਇਹ ਕੀ ਹੈ, ਕਿਹਨਾਂ ਦੇ ਨਾਮ ਇਸ ਕਾਗਜ਼ 'ਤੇ ਲਿਖੇ ਹੋਏ ਨੇ? ਤੇ ਉਹ ਫਰਿਸ਼ਤਾ ਅੱਗੋਂ ਕਹਿਣ ਲੱਗਾ ਇਹ ਉਹਨਾਂ ਦੇ ਨਾਮ ਹਨ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ, ਜਿਹੜੇ ਰੱਬ ਨੂੰ ਪਿਆਰ ਕਰਦੇ ਨੇ। ਕਹਿਣ ਲੱਗਾ ਮਹਾਰਾਜ ਫਿਰ ਵੇਖੋ ਮੇਰਾ ਵੀ ਕਿਤੇ ਨਾਮ ਹੈ ਕਿ ਨਹੀਂ ਹੈ, ਕਿਉਂਕਿ ਮੈਂ ਤੇ ਰੱਬ ਨਾਲ ਬੜਾ ਪਿਆਰ ਕਰਦਾ। ਉਹ ਕਾਗਜ਼ ਵੇਖਿਆ, ਪੰਨੇ ਉਹਦੇ ਸਾਰੇ ਵੇਖੇ ਗਏ ਤੇ ਇਹਦਾ ਨਾਮ ਕਿਤੇ ਵੀ ਨਾ। ਨਿਰਾਸ਼ ਜਿਹਾ ਹੋ ਗਿਆ ਕਿ ਮੈਂ ਮਾਲਕ ਭਗਵਾਨ ਦੇ ਨਾਲ ਇੰਨਾ ਪਿਆਰ ਕਰਨ ਵਾਲਾ ਹਾਂ, ਪਰ ਭਗਵਾਨ ਨੇ ਤੇ ਆਪਣੇ ਇਸ ਕਾਗਜ਼ ਦੇ ਵਿੱਚ ਮੇਰਾ ਨਾਮ ਹੀ ਨਹੀਂ ਲਿਖਿਆ ਹੈ, ਮੇਰਾ ਨਾਮ ਹੀ ਨਹੀਂ ਹੈ। ਅੱਖ ਖੁੱਲ੍ਹ ਗਈ, ਪਰ ਉਹ ਆਪਣੇ ਕਰਮ ਉਹਨੇ ਉਸੇ ਤਰ੍ਹਾਂ ਚੰਗਿਆਈ ਵਾਲੇ, ਭਲਾਈ ਵਾਲੇ, ਸਿਮਰਨ ਵਾਲੇ ਚੰਗੇ ਕਰਮ ਲਗਾਤਾਰ ਕਹਿੰਦੇ ਜਾਰੀ ਰੱਖੇ। ਤੇ ਉਹ ਕਹਾਣੀ ਲਿਖਣ ਵਾਲਾ ਲਿਖਦਾ ਹੈ ਕਿ ਕੁਝ ਦਿਨਾਂ ਬਾਅਦ ਉਸ ਬੰਦੇ ਨੂੰ ਇੱਕ ਸੁਪਨਾ ਫੇਰ ਆਇਆ ਤੇ ਸੁਪਨੇ 'ਚ ਉਹ ਫੇਰ ਉਸੇ ਫਰਿਸ਼ਤੇ ਨੂੰ ਵੇਂਦਾ ਹੈ ਤੇ ਅੱਜ ਫੇਰ ਫਰਿਸ਼ਤੇ ਦੇ ਹੱਥ ਦੇ ਵਿੱਚ ਕਾਗਜ਼ ਹੈ। ਉਹਨੇ ਕਿਹਾ ਮਹਾਰਾਜ ਆਹ ਜਿਹੜਾ ਅੱਜ ਕਾਗਜ਼ ਤੁਹਾਡੇ ਹੱਥ ਦੇ ਵਿੱਚ ਹੈ, ਇਸ ਕਾਗਜ਼ ਦੇ ਵਿੱਚ ਕੀ ਹੈ? ਇਸ ਕਾਗਜ਼ 'ਚ ਕਿਹਨਾਂ ਦੇ ਨਾਮ ਲਿਖੇ ਹਨ? ਤੇ ਉਹ ਫਰਿਸ਼ਤਾ ਅੱਗੋਂ ਕਹਿਣ ਲੱਗਾ ਇਸ ਕਾਗਜ਼ ਦੇ ਵਿੱਚ ਉਹਨਾਂ ਦੇ ਨਾਂ ਲਿਖੇ ਹਨ ਜਿਨ੍ਹਾਂ ਨੂੰ ਰੱਬ ਪਿਆਰ ਕਰਦਾ ਹੈ। ਪਹਿਲਾ ਉਹ ਕਾਗਜ਼ ਸੀ ਜਿਹਦੇ 'ਚ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਨਾਮ। ਆ ਜਿਹੜਾ ਦੂਜਾ ਕਾਗਜ਼ ਅੱਜ ਕਹਿਣ ਲੱਗੇ ਇਹਦੇ 'ਚ ਉਹਨਾਂ ਦੇ ਨਾਮ ਹਨ ਜਿਨ੍ਹਾਂ ਨੂੰ ਰੱਬ ਪਿਆਰ ਕਰਦਾ ਹੈ। ਤੇ ਉਹ ਕਹਿਣ ਲੱਗਾ ਫਿਰ ਵੇਖੋ ਮੇਰਾ ਨਾਮ ਵੀ ਕਿਸੇ ਜਗ੍ਹਾ 'ਤੇ ਹੈ ਕਿ ਨਹੀਂ ਹੈ, ਕੋਈ ਥੱਲੇ ਪਾਸੇ ਹੀ ਵੇਖ ਲਵੋ। ਪਰ ਜਾਂ ਉਹ ਕਾਗਜ਼ ਖੋਲ੍ਹ ਕੇ ਵੇਖਿਆ ਤੇ ਇਹਦਾ ਨਾਮ ਸਾਰਿਆਂ ਤੋਂ ਉੱਪਰ ਸੀ, ਸਾਰਿਆਂ। ਗੱਲ ਇਹ ਨਹੀਂ ਹੈ ਕਿ ਅਸੀਂ ਮਾਲਕ ਨੂੰ ਪਿਆਰ ਕਰਦੇ ਕਿ ਨਹੀਂ ਕਰਦੇ, ਹਰ ਸਿੱਖ ਦਾ ਗੁਰੂ ਨਾਲ ਪਿਆਰ ਹੋਣਾ ਚਾਹੀਦਾ ਹੈ। ਪਰ ਪਿਆਰ ਦੀ ਖੇਡ, ਪ੍ਰੇਮ ਦੀ ਖੇਡ ਮੁਕੰਮਲ ਉੱਥੇ ਜਾ ਕੇ ਹੁੰਦੀ ਹੈ ਜਦੋਂ ਗੁਰੂ ਸਾਡੇ ਨਾਲ ਪਿਆਰ ਕਰੇ। ਇਹਨੂੰ ਮਹਾਰਾਜ ਕਹਿੰਦੇ ਤਿੰਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ ਜਿਨ੍ਹਾਂ ਨੂੰ ਸਾਹਿਬ ਨੇ ਤਰੁੱਠ ਕੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਕੀ ਸ਼ੋਭਾ। ਵੇਖੋ ਉਹ ਕਿਹੜੀ ਅਵਸਥਾ ਹੋਏਗੀ ਜਿੱਥੇ ਜਾ ਕੇ ਗੁਰੂ ਕਹਿੰਦੇ ਹਨ ਆ ਲੈਣਿਆ ਤੂੰ ਮੇਰੇ 'ਚ ਅਭੇਦ ਹੋ ਜਾ, ਹੁਣ ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ ਹੈ, ਕੋਈ ਅੰਤ। ਉਹ ਕਿਹੜੀ ਅਵਸਥਾ 'ਚ ਭਾਈ ਲਹਿਣਾ ਜੀ ਪਹੁੰਚੇ, ਕਿਹੜੀ ਅਵਸਥਾ 'ਚ ਭਾਈ ਜੇਠਾ ਜੀ ਪਹੁੰਚੇ ਜਿੱਥੇ ਗੁਰੂ ਨੇ ਕਿਹਾ ਹੁਣ ਮੇਰੇ ਤੇ ਤੇਰੇ 'ਚ ਕੋਈ ਫਰਕ ਨਹੀਂ ਹੈ, ਅਸੀਂ ਦੋਵੇਂ ਇੱਕ ਹੀ ਰੂਪ ਹੋ ਗਏ। ਤੇ ਇੱਕ ਉਸੇ ਅਵਸਥਾ ਦੀ ਗੱਲ ਹੀ ਤੇ ਭਗਤ ਰਵਿਦਾਸ ਜੀ ਕਰਦੇ ਨੇ, ਕਿਉਂਕਿ ਉਹਨਾਂ ਨੇ ਉਸ ਰਸ ਨੂੰ, ਉਸ ਅਵਸਥਾ ਨੂੰ ਮਾਣਿਆ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਉਹ ਕਹਿੰਦੇ ਭਾਵੇਂ ਸੋਨੇ ਦਾ ਗਹਿਣਾ ਹੈ ਤੇ ਭਾਵੇਂ ਸੋਨਾ ਹੈ, ਗੱਲ ਤਾਂ ਇੱਕੋ ਹੀ ਆ, ਉਹ ਵੀ ਸੋਨਾ ਤੇ ਉਹ ਵੀ ਸੋਨਾ।
ਭਾਵੇਂ ਪਾਣੀ ਹੈ ਤੇ ਭਾਵੇਂ ਪਾਣੀ ਦੀ ਲਹਿਰ ਹੈ, ਗੱਲ ਤਾਂ ਇੱਕੋ ਹੀ ਹੈ। ਉਹ ਵੀ ਪਾਣੀ ਤੇ ਉਹ ਵੀ ਪਾਣੀ ਹੈ। ਮਾਲਕ ਜੀ ਹੁਣ ਤੁਹਾਡੇ ਤੇ ਸਾਡੇ 'ਚ ਕੋਈ ਫਰਕ ਨਹੀਂ ਰਿਹਾ ਹੈ। ਇਹਨੂੰ ਭਗਤ ਕਬੀਰ ਸਾਹਿਬ ਕਹਿੰਦੇ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਇਓ ਹੈ, ਕੋਏ ਨਾ ਸਕੈ ਪਛਾਨੀ। ਤੇ ਜਿਹੜਾ ਉਥੋਂ ਤੱਕ ਪਹੁੰਚ ਗਿਆ ਉਹਨੂੰ ਹਜੂਰ ਕਹਿੰਦੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ, ਜੇ ਕੋਈ ਕਹਿਣ ਦੀ ਕੋਸ਼ਿਸ਼ ਵੀ ਕਰੇ, ਮੈਂ ਕਵਾਂਗਾ ਨਹੀਂ ਕਹਿ ਸਕਦਾ। ਪਿੱਛੇ ਫਿਰ ਉਹਨੂੰ ਪਛਤਾਵਾ ਹੁੰਦਾ ਹੈ ਕਿ ਮੈਂ ਐਵੇਂ ਹੰਕਾਰ ਕਰਕੇ ਕਿਹਾ, ਮੈਂ ਕਹਿ ਸਕਦਾ ਹਾਂ, ਮੈਂ ਤੇ ਕਹਿ ਹੀ ਕੁਝ ਨਹੀਂ ਸਕਦਾ। ਹਜੂਰ ਕਹਿੰਦੇ, ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਕਥ ਨਾ ਕਥ ਨਾ ਜਾਈ। ਅੱਗੇ ਮਹਾਰਾਜ ਕਹਿੰਦੇ, ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ, ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਤਨ ਵੀ ਮੌਲਿਆ ਜਾਂਦਾ ਹੈ, ਮਨ ਵੀ ਮੌਲਿਆ ਜਾਂਦਾ ਹੈ। ਭਾਵ ਅੰਦਰ ਤੇ ਬਾਹਰ ਉਸ ਪ੍ਰੇਮ ਰੰਗ ਦੇ ਵਿੱਚ, ਮਹਾਰਸ ਦੇ ਵਿੱਚ ਆਨੰਦ ਹੀ ਆਨੰਦ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ। ਪਰ ਪਹੁੰਚਦਾ ਕਦੋਂ ਹੈ? ਜਦੋਂ ਆਪਾਂ ਗੁਰਸੰਗਤ ਦੇ ਵਿੱਚ ਜੁੜਦੇ ਹਾਂ, ਗੁਰੂ ਚਰਨਾਂ 'ਚ ਜੁੜਦੇ ਹਾਂ। ਸੰਗ ਸਾਧ ਸਹੇਲੜੀਆਂ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਹੁਣ ਜੀਵਨ ਆਨੰਦ ਭਰਪੂਰ ਹੋ ਗਿਆ ਹੈ, ਇੱਛਾ ਹੀ ਕੋਈ ਨਹੀਂ ਰਹੀ ਹੈ। ਆਨੰਦ ਸੁਣੋ ਵਡਭਾਗੀ, ਉਹ ਸਗਲ ਮਨੋਰਥ ਪੂਰੇ। ਪਰ ਇਹ ਗੱਲ ਬਣੀ ਕਦੋਂ ਹੈ? ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਆਨੰਦ ਭਇਆ ਮੇਰੀ ਮਾਏ, ਜਿੱਥੋਂ ਗੱਲ ਸ਼ੁਰੂ ਉਹਨਾਂ ਕੀਤੀ, ਕਹਿਣ ਲੱਗੇ ਹੁਣ ਜੀਵਨ ਆਨੰਦ 'ਚ ਹੈ। ਤਨ ਵੀ ਮੌਲਿਆ ਗਿਆ, ਮਨ ਵੀ ਮੌਲਿਆ ਗਿਆ, ਰੰਗਿਆ ਗਿਆ ਹੈ। ਪਰ ਗੱਲ ਬਣੀ ਕਿੱਦਾਂ ਹੈ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਜਦੋਂ ਗੁਰੂ ਮਿਲਿਆ ਹੈ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਤੇ ਜਿਹੜੇ ਗੁਰੂ ਤੋਂ ਟੁੱਟੇ ਨੇ ਨਾ, ਉਹ ਤਾਂ ਫਿਰ ਟੁੱਟ ਕੇ ਤੇ ਇਕੱਲੇ ਹੀ ਭਟਕਦੇ ਨੇ। ਉਹਨਾਂ ਨੂੰ ਨਾ ਲੋਕ ਅੰਦਰ ਕੋਈ ਹੋਰ ਸਹਾਰਾ ਮਿਲਦਾ ਜੇ, ਨਾ ਪਰਲੋਕ ਅੰਦਰ ਕੋਈ ਸਹਾਰਾ ਮਿਲਦਾ ਜੇ। ਗੁਰੂ ਤੋਂ ਬਿਨਾਂ ਕੋਈ ਸਾਡੀ ਜਿੰਦ ਦਾ, ਕੋਈ ਸਾਡੀ ਆਤਮਾ ਦਾ ਦੂਜਾ ਸਹਾਰਾ ਨਹੀਂ ਹੈ। ਇਸ ਕਰਕੇ ਸਤਿਗੁਰੂ ਨੇ ਬਾਰੰਬਾਰ ਸਾਨੂੰ ਸਮਝਾਇਆ ਵੀ ਆ ਕਿ ਟੁੱਟ ਕੇ ਭਟਕਣਾ ਨਹੀਂ ਹੈ, ਮੂਲ ਦੇ ਨਾਲ ਜੁੜੇ ਰਹੋ ਤੇ ਸੁੱਖ ਆਨੰਦ ਮਾਣਦੇ ਰਹੋ। ਤੇ ਜਿਹੜੇ ਟੁੱਟੇ ਨੇ ਫਿਰ ਉਹਨਾਂ ਦੀ ਹਾਲਤ ਕੀ ਬਣਦੀ ਹੈ? ਤਿੰਨ ਦੁੱਖ ਨਾ ਕਬਹੂ ਉਤਰੈ, ਸੇ ਜੰਮ ਕੇ ਵਸ ਪੜੀਆਂ। ਉਹਨਾਂ ਦੇ ਜੀਵਨ ਦੇ ਦੁੱਖ ਨਹੀਂ ਮੁੱਕਦੇ ਨੇ। ਉਹ ਦੁੱਖ ਮੁਕਾਉਣ ਦੀ ਕੋਸ਼ਿਸ਼ ਤੇ ਕਰਦੇ ਨੇ, ਦੁੱਖਾਂ ਦਾ ਇਲਾਜ ਤੇ ਕਰਦੇ ਨੇ। ਪਰ ਹੁੰਦਾ ਕੀ ਹੈ? ਦੁੱਖ ਆਇਆ, ਉਹਦਾ ਇਲਾਜ ਕੀਤਾ, ਰੋਗ ਆਇਆ, ਇਲਾਜ ਕੀਤਾ। ਜਦੋਂ ਨੂੰ ਉਹ ਦੁੱਖ ਰੋਗ ਮੁੱਕਿਆ, ਓਨੀ ਦੇਰ ਨੂੰ ਕੋਈ ਹੋਰ ਦੁੱਖ ਪੈਦਾ ਹੋ ਗਿਆ। ਫਿਰ ਉਹਦੇ ਇਲਾਜ 'ਚ ਲੱਗ ਗਏ। ਜਿੰਨੀ ਦੇਰ ਨੂੰ ਉਹ ਦੁੱਖ ਰੋਗ ਮੁੱਕੇ, ਓਨੀ ਦੇਰ ਹੋਰ ਦੁੱਖ ਰੋਗ ਪੈਦਾ ਹੋ ਗਏ। ਉਹ ਕੇਵਲ ਦੁੱਖਾਂ ਦੇ ਨਾਲ ਲੜਦੇ ਨੇ, ਰੋਗਾਂ ਦੇ ਨਾਲ ਲੜਦੇ ਹਨ। ਇਹ ਨਹੀਂ ਵੇਖਦੇ ਹਨ ਕਿ ਇਹ ਦੁੱਖ ਤੇ ਰੋਗ ਆਖਰ ਪੈਦਾ ਕਿੱਥੋਂ ਹੁੰਦੇ ਪਏ ਹਨ। ਜਿਵੇਂ ਇੱਕ ਬਾਣੀ ਦਾ ਬਚਨ ਹੈ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਸਾਡੇ ਘਰ 'ਚ ਚੂਹਾ ਦਾਖਲ ਹੋ ਜਾਏ, ਅਸੀਂ ਲਗਾਈਏ ਕੜਿੱਕੀ, ਚੂਹੇ ਨੂੰ ਪਕੜਿਆ, ਸੁੱਟ ਦਿੱਤਾ। ਸਵੇਰੇ ਚੂਹਾ ਫੜ ਕੇ ਸੁੱਟਿਆ, ਸ਼ਾਮੀ ਫੇਰ ਇੱਕ ਚੂਹਾ ਕੋ ਮਰਿਆ ਹੈ, ਫੇਰ ਕੜਿੱਕੀ ਲਾਈ, ਫੇਰ ਸੁੱਟਿਆ, ਸਵੇਰ ਨੂੰ ਫੇਰ ਚੂਹਾ ਜਾਂ 2-3 ਚੂਹੇ। ਹੁਣ ਇਹ ਸਮੱਸਿਆ ਦਾ ਹੱਲ ਚੂਹੇ ਫੜਨਾ ਨਹੀਂ ਹੈ। ਸਮੱਸਿਆ ਦਾ ਹੱਲ ਤੇ ਉਹ ਜਗ੍ਹਾ ਨੂੰ ਲੱਭਣਾ ਜਿੱਥੋਂ ਦੀ ਚੂਹੇ ਦਾਖਲ ਹੁੰਦੇ ਹਨ। ਹੁਣ ਮਹਾਰਾਜ ਕਹਿੰਦੇ, ਜੀਵਨ ਅੰਦਰ ਵਿਕਾਰ ਰੂਪੀ ਚੋਰ, ਦੁੱਖਾਂ ਰੂਪੀ, ਰੋਗਾਂ ਰੂਪੀ ਚੋਰ ਦਾਖਲ ਹੁੰਦੇ ਸਨ। ਅਸੀਂ ਦੁੱਖਾਂ ਦੇ ਨਾਲ ਲੜਦੇ ਸਾਂ, ਉਹ ਹੋਰ ਆਈ ਜਾਂਦੇ ਸਨ। ਪਰ ਹੁਣ ਗੁਰੂ ਨੇ ਕਿਰਪਾ ਕੀਤੀ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਗੁਰੂ ਨੇ ਉਹ ਰਸਤਾ ਦਿਖਾ ਤੇ ਸਮਝਾ ਦਿੱਤਾ ਜਿੱਥੋਂ ਦੀ ਦੁੱਖ ਰੋਗ ਜਿਸ ਕਾਰਨ ਕਰਕੇ ਜੀਵਨ ਅੰਦਰ ਪ੍ਰਵੇਸ਼ ਕਰਦੇ ਹਨ। ਤੇ ਉਹ ਕਾਰਨ ਕੀ ਹੈ? ਬਾਣੀ 'ਚ ਕਿੰਨੀ ਜਗ੍ਹਾ ਤੇ ਸਾਨੂੰ ਦੱਸਿਆ ਗਿਆ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਗੁਰੂ ਇਹ ਦੱਸ ਰਹੇ ਨੇ ਕਿ ਤੇਰੇ ਜੀਵਨ 'ਚ ਜੇ ਦੁੱਖ ਆਉਂਦੇ ਨੇ, ਕਾਰਨ ਕੀ ਹੈ? ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਤੇ ਜਿਹੜਾ ਫਿਰ ਉਹ ਵਿਸਾਰ ਕੇ ਬੈਠਾ ਗੁਰੂ ਨੂੰ, ਮਾਲਕ ਨੂੰ, ਮਹਾਰਾਜ ਕਹਿੰਦੇ ਉਹਦੇ ਦੁੱਖ ਰੋਗ ਨਹੀਂ ਜੇ ਮੁੱਕਦੇ। ਅਖੀਰ ਜੰਮਾਂ ਦੇ ਫਾਹੇ 'ਚ ਜਾ ਫਸਦਾ। ਤਿੰਨ ਦੁੱਖ ਨਾ ਕਬਹੂ ਉਤਰੈ, ਸੇ ਜੰਮ ਕੇ ਵਸ ਪੜੀਆਂ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਣ ਨਿਤ ਖੜੀਆਂ। ਪਰ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਰਾਵਿਆ, ਮਾਲਕ ਦੇ ਨਾਲ ਪਿਆਰ ਕੀਤਾ, ਮਾਲਕ ਨੂੰ ਪੂਜਿਆ, ਅਰਾਧਿਆ, ਮਾਲਕ ਦੇ ਹੁਕਮ ਨੂੰ ਕਮਾਇਆ,
ਉਹ ਫਿਰ ਮਾਲਕ ਦੇ ਦਰ ਤੇ ਐਨ ਸ਼ੋਭਨੀਕ ਹੋ ਕੇ ਖੜੇ ਹੁੰਦੇ ਨੇ ਤੇ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ, ਵਡਿਆਈ ਹੁੰਦੀ ਹੈ। ਧੰਨ ਧੰਨ ਸੋ ਗੁਰਸਿੱਖ ਕਹੀਏ ਕਹਿ ਕੇ ਉਹਨਾਂ ਨੂੰ ਸਲਾਹਿਆ ਜਾਂਦਾ ਹੈ। ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ, ਉਹ ਫਿਰ ਗੁਰਮੁਖ ਜਿਹੜੇ ਨੇ ਨਾ ਗੁਰੂ ਨਾਲ ਜੁੜੇ ਹੋਏ ਤੇ ਜਿਨ੍ਹਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਇਸ ਕੰਡੀਸ਼ਨ ਨੂੰ ਜੀਵਨ ਅੰਦਰ ਕਮਾ ਲਿਆ ਹੈ। ਉਹ ਕੋਈ ਬਾਹਰ ਦੇ ਸ਼ਿੰਗਾਰਾਂ 'ਚ ਨਹੀਂ ਪੈਂਦੇ, ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਕਿ ਗੁਰੂ ਦੀ ਖੁਸ਼ੀ ਲੈਣ ਵਾਲਾ ਸ਼ਿੰਗਾਰ ਕਿਹੜਾ ਹੈ। ਉਹ ਫਿਰ ਗੁਣ ਕਾਮਣ ਕਰ ਕੰਤ ਰਜਾਇਆ, ਉਹ ਚੰਗੇ ਗੁਣਾਂ ਦਾ ਸ਼ਿੰਗਾਰ ਕਰਦੇ ਹਨ। ਹਜੂਰ ਕਹਿੰਦੇ ਉਹਨਾਂ ਦੇ ਕੰਠ ਅੰਦਰ ਕੋਈ ਹੋਰ ਬਾਹਰ ਦੀਆਂ ਮਾਲਾ, ਕੋਈ ਬਾਹਰ ਦੇ ਹਾਰ ਨਹੀਂ ਹੁੰਦੇ ਗਲੇ 'ਚ ਕੰਠ 'ਚ। ਉਹ ਤੇ ਰਤਨ ਜਵੇਹਰ ਲਾਲ ਹਾਰ ਕੰਠ ਤਿੰਨਾਂ ਜੜੀਆਂ, ਉਹ ਮਾਲਕ ਦੇ ਨਾਮ ਦਾ ਹਾਰ ਪਹਿਨ ਕੇ ਰੱਖਦੇ, ਭਾਵ ਹਰ ਵਕਤ ਉਹਨਾਂ ਦੀ ਰਸਨਾ, ਉਹਨਾਂ ਦੇ ਕੰਠ 'ਚ ਮਾਲਕ ਦੇ ਨਾਮ ਦੀ ਇਬਾਦਤ ਦੀ ਗੱਲ ਚੱਲਦੀ ਹੈ। ਤੇ ਜਿਹੜੇ ਇੰਨੇ ਜੁੜ ਗਏ ਨੇ ਜਿਨ੍ਹਾਂ ਦੇ ਕੰਠ ਦਾ ਸ਼ਿੰਗਾਰ ਮਾਲਕ ਦਾ ਨਾਮ ਬਣ ਗਿਆ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਨੀ ਦਰ ਪੜੀਆਂ। ਜਿਹੜੇ ਮਾਲਕ ਦੀ ਸ਼ਰਨ 'ਚ ਜੁੜ ਗਏ, ਜਿਹੜੇ ਮਾਲਕ ਦੇ ਦਰ 'ਤੇ ਸਮਰਪਿਤ ਹੋ ਗਏ, ਜਿਨ੍ਹਾਂ ਨੇ ਆਪਣਾ ਆਪ ਸਮਰਪਿਤ ਕਰ ਦਿੱਤਾ ਮਾਲਕ ਨੂੰ, ਅਸੀਂ ਉਹਨਾਂ ਗੁਰਮੁਖਾਂ ਦੀ ਚਰਨ ਧੂੜ ਮੰਗਦੇ ਹਾਂ, ਉਹਨਾਂ ਗੁਰਮੁਖਾਂ ਦੀ। ਕਿਉਂਕਿ ਉਹਨਾਂ ਗੁਰਮੁਖਾਂ ਦੀ ਚਰਨ ਧੂੜ ਭਾਵ ਉਹਨਾਂ ਦੀ ਜਿਹੜੀ ਸੰਗਤ ਹੈ ਉਹ ਸਾਡਾ ਵੀ ਜੀਵਨ ਬਦਲ ਸਕਦੀ ਹੈ। ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ। ਰੋਜ਼ ਆਪਾਂ ਬਚਨ ਪੜ੍ਹਦੇ ਹਾਂ ਜਿੱਥੇ ਮਹਾਰਾਜ ਕਹਿੰਦੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ। ਕਿਹੜੇ ਸੰਤਨਾਂ ਦੀ ਧੂੜ ਬਣਾ ਜਿਨ੍ਹਾਂ ਨੂੰ ਇਹ ਸਮਝ ਪੈ ਗਈ ਕਿ ਔਦ ਘਟੈ ਦਿਨ ਸਰਹਿਣ ਆਰੇ, ਮਨ ਗੁਰਮਿਲ ਕਾਜ ਸਵਾਰੇ, ਤੇ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਕਾਰਜ ਸਵਾਰ ਲਿਆ। ਅਖੀਰ 'ਚ ਫਿਰ ਮਹਾਰਾਜ ਕਹਿੰਦੇ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਨੀ ਦਰ ਪੜੀਆਂ, ਮਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆ। ਜੇ ਪਰਮਾਤਮਾ ਨੂੰ ਆਰਾਧਾਂਗੇ, ਪਰਮੇਸ਼ਰ ਨੂੰ ਆਰਾਧਾਂਗੇ, ਬੌੜ ਨਾ ਜਨਮੜੀਆ, ਫਿਰ ਦੁਬਾਰਾ ਜੰਮਣ ਮਰਨ ਆਵਾਗਾਉਣ ਦੇ ਗੇੜ ਦੇ ਵਿੱਚ ਨਹੀਂ ਭਟਕਣਾ ਪਵੇਗਾ। ਨਹੀਂ ਉਹ ਭਟਕਦੇ, ਨਹੀਂ ਉਹ ਠੋਕਰਾਂ ਖਾਂਦੇ, ਨਾ ਜੀਵਨ ਅੰਦਰ ਉਹਨਾਂ ਦੇ ਲਈ ਠੋਕਰਾਂ ਰਹਿੰਦੀਆਂ ਹਨ, ਨਾ ਉਹਨਾਂ ਨੂੰ ਅੱਗੇ ਕੋਈ ਜੰਮਾਂ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ। ਪਰ ਕਿਹਨਾਂ ਨੂੰ? ਜਿਨ੍ਹਾਂ ਨੇ ਪਰਮੇਸ਼ਰ ਨੂੰ ਆਰਾਧ ਲਿਆ, ਪਰਮਾਤਮਾ ਨੂੰ ਆਰਾਧ ਲਿਆ। ਮਹਾਰਾਜ ਕਹਿੰਦੇ ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਵੋ। ਸੋ ਗੁਰੂ ਕਿਰਪਾ ਕਰੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਇਹ ਪਾਵਨ ਬਚਨ ਉਪਦੇਸ਼ ਅੱਜ ਦੇ ਸ਼ਬਦ ਰਾਹੀਂ ਸਾਡੀ ਝੋਲੀ 'ਚ ਪਾ ਰਹੇ ਨੇ। ਜਿੱਥੇ ਇਹ ਬਾਣੀ ਦੀਆਂ ਪੌੜੀਆਂ ਆਪਾਂ ਪੜ੍ਹਨੀਆਂ ਨੇ, ਉੱਥੇ ਨਾਲ ਦੀ ਨਾਲ ਇਹ ਪੌੜੀਆਂ ਚੜ੍ਹਨੀਆਂ ਵੀ ਹਨ, ਤਾਂ ਕਿ ਜੀਵਨ ਅੰਦਰ ਬਦਲਾਓ ਆਵੇ, ਜੀਵਨ ਸਫਲਤਾ ਦੇ ਮਾਰਗ 'ਤੇ ਚੱਲਦਿਆਂ ਸਫਲਤਾ ਦੀ ਮੰਜ਼ਿਲ ਤੱਕ ਪਹੁੰਚੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।